Hello students, I am Sukhvinder Kaur, Assistant Professor, Department of Economics, GGDST College ਹਰਿਆਣਾ ਹੁਸ਼ਿਆਰਪੁਰ। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਟੈਕਸੇਸ਼ਨ ਸਿਸਟਮ ਟੌਪਿਕ ਹੈ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਟੈਕਸੇਸ਼ਨ ਸਿਸਟਮ ਦਾ ਜਿਹੜਾ ਕਨਸੈਪਟ ਅੱਜ ਸ਼ੁਰੂ ਕਰਨ ਜਾ ਰਹੇ ਹਾਂ। ਇਸ ਟੌਪਿਕ ਦੇ ਵਿੱਚ ਅਸੀਂ ਕਰਾਂਗੇ ਕਿ ਟੈਕਸ ਹੁੰਦੇ ਕੀ ਹੈ, ਟੈਕਸ ਦੇ ਤੱਤ ਐਲੀਮੈਂਟਸ ਕੀ ਆ, ਫਿਰ ਟੈਕਸ ਕਿਸ ਤਰ੍ਹਾਂ ਨਿਰਧਾਰਿਤ ਹੁੰਦਾ, ਫਿਰ ਕਿਸ ਕਿਸ ਪ੍ਰਕਾਰ ਦੇ ਟੈਕਸਿਸ ਦਾ ਕੀ ਇਫੈਕਟ ਹੁੰਦਾ। ਇਸ ਟੌਪਿਕ 'ਚ ਅਸੀਂ ਸਾਰਾ ਕੁਛ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਟੈਕਸ ਹੁੰਦਾ ਕੀ ਆ। ਵਾਟ ਇਜ਼ ਟੈਕਸ? ਦੇਖੋ, ਅਸੀਂ ਜਦੋਂ ਪਬਲਿਕ ਫਾਈਨਾਂਸ ਸ਼ੁਰੂ ਕੀਤਾ ਉੱਥੇ ਅਸੀਂ ਗੱਲ ਕੀਤੀ ਸੀ ਕਿ ਪਬਲਿਕ ਫਾਈਨਾਂਸ ਸਿੰਪਲ ਜਿਹੇ ਅੱਖਰਾਂ ਦੇ ਵਿੱਚ, ਜਦੋਂ ਅਸੀਂ ਕਹਿੰਦੇ ਹਾਂ ਸਧਾਰਨ ਅੱਖਰਾਂ ਦੇ ਵਿੱਚ, ਸਰਕਾਰ ਦੀ ਆਮਦਨ ਅਤੇ ਖਰਚਿਆਂ ਦਾ ਵੇਰਵਾ ਪਬਲਿਕ ਫਾਈਨਾਂਸ ਹੁੰਦਾ। ਅਤੇ ਜਦੋਂ ਸਰਕਾਰ ਦੀ ਆਮਦਨ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਦੀ ਆਮਦਨ ਦਾ ਜਿਹੜਾ ਮੁੱਖ ਸਰੋਤ ਆ, ਮੇਨ ਸਰੋਤ ਆ, ਉਹ ਟੈਕਸ ਆ। ਟੈਕਸ ਇਜ਼ ਦਾ ਮੇਨ ਸੋਰਸ ਆਫ ਗੌਰਮੈਂਟ ਇਨਕਮ। ਗੌਰਮੈਂਟ ਦੀ ਇਨਕਮ ਦਾ ਮੁੱਖ ਸਰੋਤ, ਮੇਨ ਸਰੋਤ ਹੈ ਟੈਕਸ। ਟੈਕਸ ਕੀ ਹੁੰਦਾ? ਟੈਕਸ ਇਜ਼ ਅ ਕੰਪਲਸਰੀ ਪੇਮੈਂਟ ਬਾਏ ਦਾ ਸਿਟੀਜ਼ਨਸ ਟੂ ਦਾ ਗੌਰਮੈਂਟ ਟੂ ਮੀਟ ਦੀ ਪਬਲਿਕ ਐਕਸਪੈਂਡੀਚਰ। ਮਤਲਬ ਸਰਕਾਰ ਨੂੰ ਆਪਣੇ ਖਰਚੇ ਪੂਰਾ ਕਰਨ ਦੇ ਲਈ ਸਿਟੀਜ਼ਨਸ ਦੁਆਰਾ ਕੀਤੀ ਗਈ ਇੱਕ ਕੰਪਲਸਰੀ ਪੇਮੈਂਟ ਹੁੰਦੀ ਹੈ ਟੈਕਸ। ਇਟ ਇਜ਼ ਲੀਗਲੀ ਇੰਪੋਜ਼ਡ ਬਾਏ ਦਾ ਗੌਰਮੈਂਟ ਲੋਕਾਂ ਦੇ ਉੱਤੇ ਇਹ ਕਾਨੂੰਨ ਲਗਾਉਂਦੀ ਹੈ। ਅਤੇ ਟੈਕਸਪੇਅਰ ਕੈਨ ਡਿਨਾਈ ਇਨ ਨੋ ਕੇਸ ਟੈਕਸਪੇਅਰ ਕੈਨ ਡਿਨਾਈ ਟੂ ਪੇ ਟੈਕਸਿਸ ਟੂ ਦੀ ਗੌਰਮੈਂਟ। ਕਿਸੇ ਵੀ ਕੇਸ ਦੇ ਵਿੱਚ, ਹਾਂ, ਟੈਕਸ ਚੋਰੀ ਕਰ ਲੈਂਦੇ ਨੇ ਲੋਕ, ਉਹ ਅਲੱਗ ਗੱਲ ਹੈ, ਪਰ ਕਿਸੇ ਵੀ ਕੇਸ 'ਚ ਅਸੀਂ ਟੈਕਸ ਦੇਣ ਤੋਂ ਮਨਾ ਨਹੀਂ ਕਰ ਸਕਦੇ ਹੁੰਦੇ, ਬਿਕੋਜ਼ ਇਹ ਲੀਗਲੀ ਗੌਰਮੈਂਟ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਉੱਤੇ ਲਗਾਉਂਦੀ ਹੈ। ਕਰਦਾਤਾ ਇਸ ਨੂੰ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਟੈਕਸ ਡਾਇਰੈਕਟ ਵੀ ਹੋ ਸਕਦੇ ਆ ਅਤੇ ਇਨਡਾਇਰੈਕਟ ਵੀ ਹੋ ਸਕਦੇ ਆ। ਡਾਇਰੈਕਟ ਟੈਕਸ, ਇਨਡਾਇਰੈਕਟ ਟੈਕਸ ਕੀ ਹੁੰਦੇ ਆ, ਇਹ ਆਪਾਂ ਡਿਟੇਲ ਦੇ ਵਿੱਚ ਅਗਲੇ ਲੈਕਚਰਸ ਦੇ ਵਿੱਚ ਕਰਾਂਗੇ। ਥੋੜ੍ਹਾ ਜਿਹਾ ਦੱਸ ਦਿੰਦੀ ਹਾਂ ਕਿ ਆਮਦਨ ਦੇ ਉੱਤੇ ਜਿਹੜਾ ਲੱਗਦਾ ਇਨਕਮ ਟੈਕਸ ਡਾਇਰੈਕਟ ਟੈਕਸ ਹੁੰਦਾ, ਅਤੇ ਸੇਲਸ ਟੈਕਸ ਵਗੈਰਾ ਜਿਹੜੇ ਹੁੰਦੇ ਆ ਉਹ ਇਨਡਾਇਰੈਕਟ ਟੈਕਸ ਹੁੰਦੇ ਆ। ਇਨਕਮ ਟੈਕਸ, ਸੇਲਸ ਟੈਕਸ, ਪ੍ਰੋਪਰਟੀ ਟੈਕਸ, ਇਹ ਟੈਕਸਿਸ ਡਾਇਰੈਕਟ ਹੁੰਦੇ ਆ। ਇਨਕਮ ਟੈਕਸ, ਪ੍ਰੋਪਰਟੀ ਟੈਕਸ ਜਿਹੜੇ ਆ ਇਹ ਡਾਇਰੈਕਟ ਟੈਕਸ ਹੁੰਦੇ ਆ। ਸੇਲਸ ਟੈਕਸ, ਪ੍ਰੋਡਕਸ਼ਨ ਟੈਕਸ ਆਦਿ ਜਿਹੜੇ ਕੁਛ ਇੱਕ ਇਨਡਾਇਰੈਕਟ ਟਾਈਪ ਦੇ ਜਿਹੜੇ ਟੈਕਸ ਹੁੰਦੇ ਆ। ਟੈਕਸ ਇੱਕ ਉਹ ਭੁਗਤਾਨ ਆ ਜੋ ਲਾਜ਼ਮੀ ਰੂਪ ਵਿੱਚ ਸਰਕਾਰ ਨੂੰ ਉਸ ਦੇ ਬਣਾਏ ਹੋਏ ਕਾਨੂੰਨਾਂ ਅਨੁਸਾਰ ਦਿੱਤਾ ਜਾਂਦਾ ਹੈ। ਇਸ ਦੇ ਬਦਲੇ ਕਿਸੇ ਸੇਵਾ ਜਾਂ ਲਾਭ ਦੀ ਆਸ਼ਾ ਨਹੀਂ ਕੀਤੀ ਜਾਂਦੀ। ਕਾਨੂੰਨ ਦੇ ਅਨੁਸਾਰ ਲਾਜ਼ਮੀ ਰੂਪ ਦੇ ਵਿੱਚ ਸਰਕਾਰ ਨੂੰ ਦੇਣਾ ਹੁੰਦਾ, ਪਰ ਇਹ ਨਹੀਂ ਆ ਕਿ ਅਸੀਂ ਇੰਨਾ ਟੈਕਸ ਪੇ ਕੀਤਾ ਅਤੇ ਸਰਕਾਰ ਨੂੰ ਉਹਦੇ ਬਦਲੇ ਸਾਨੂੰ ਕੀ ਦਿੱਤਾ। ਇਸ ਤਰ੍ਹਾਂ ਦੇ ਕੁਐਸਚਨ ਅਸੀਂ ਨਹੀਂ ਕਰ ਸਕਦੇ ਹੁੰਦੇ। ਬੇਸ਼ੱਕ ਸਰਕਾਰ ਉਸ ਪੈਸੇ ਨੂੰ ਪਬਲਿਕ ਵੈਲਫੇਅਰ ਦੇ ਲਈ ਹੀ ਖਰਚ ਕਰੇ, ਪਰ ਅਸੀਂ ਸਰਕਾਰ ਤੋਂ ਇਹਨਾਂ ਸਾਰੀਆਂ ਗੱਲਾਂ ਲਈ ਕੁਐਸਚਨ ਨਹੀਂ ਕਰ ਸਕਦੇ ਹੁੰਦੇ। ਬਹੁਤ ਸਾਰੇ ਇਕੋਨਮਿਸਟਸ ਨੇ ਬਹੁਤ ਸਾਰੀਆਂ ਡੈਫੀਨੇਸ਼ਨਸ ਟੈਕਸ ਦੀਆਂ ਦਿੱਤੀਆਂ ਜਾਂਦੀਆਂ ਨੇ। ਇਹਨਾਂ ਤੋਂ ਮੁਰਾਦ ਜਿਹੜੇ ਨੇ, ਉਹਨਾਂ ਨੇ ਕਿਹਾ ਕਿ ਟੈਕਸ ਕਰ ਇੱਕ ਜ਼ਰੂਰੀ ਭੁਗਤਾਨ ਆ ਜੋ ਇੱਕ ਫਰਮ ਜਾਂ ਮਨੁੱਖ ਦੇ ਰਾਹੀਂ ਸਰਕਾਰ ਨੂੰ ਦਿੱਤਾ ਜਾਂਦਾ। ਕਈ ਵਾਰ ਕੋਈ ਕੰਪਨੀ ਪੇ ਕਰਦੀ ਹੈ, ਕੋਈ ਸ਼ੌਪਕੀਪਰ ਪੇ ਕਰਦਾ, ਜਾਂ ਕੋਈ ਇੰਡੀਵਿਜੂਅਲ ਪੇ ਕਰਦਾ। ਕਰਦਾਤਾ ਨੂੰ ਸਰਕਾਰਾਂ ਤੋਂ ਮਿਲਣ ਵਾਲੇ ਲਾਭ ਦਾ ਇਸ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ। ਸਰਕਾਰਾਂ ਜਦੋਂ ਖਰਚ ਕਰਦੀਆਂ, ਲਾਈਕ ਸਰਕਾਰਾਂ ਸੋਸ਼ਲ ਓਵਰਹੈਡ ਕਾਸਟ ਦੇ ਉੱਤੇ ਖਰਚ ਕਰਦੀਆਂ, ਮੀਨਸ ਸਰਕਾਰਾਂ ਰੋਡ ਪੁਲ ਬਣਾਉਂਦੀਆਂ, ਤਾਂ ਉਸ ਦਾ ਬੈਨੀਫਿਟ ਸਭ ਨੂੰ ਮਿਲੇਗਾ, ਬੇਸ਼ੱਕ ਅਸੀਂ ਟੈਕਸ ਪੇ ਕਰਦੇ ਹਾਂ ਜਾਂ ਨਹੀਂ ਕਰਦੇ। ਹਾਂ, ਇੱਕ ਗੱਲ ਇੱਥੇ ਹੋਰ ਦੱਸਦੇ ਹਾਂ ਕਿ ਸੇਲਸ ਟੈਕਸ ਤਾਂ ਹਰ ਕੋਈ ਪੇ ਕਰਦਾ। ਇਨਕਮ ਟੈਕਸ ਹੈ ਕਿ ਉਹ ਅਸੀਂ ਆਪਣੀ ਇਨਕਮ ਦੇ ਅਕੋਰਡਿੰਗ ਕਰਦੇ ਹਾਂ, ਉਹਦੇ ਵਿੱਚ ਸਾਡੀਆਂ ਲਿਮਿਟਸ ਹੈਗੀਆਂ, ਉਹਦੇ ਵਿੱਚ ਸਾਡੀ ਜਿਹੜੀ ਇੱਕ ਲਿਮਿਟ ਹੈ ਕਿ ਉਸ ਤੋਂ ਬਾਅਦ ਇਨਕਮ ਦੇ ਉੱਪਰ ਲੱਗੇਗਾ। ਔਰ ਇਨਕਮ ਟੈਕਸ ਤਾਂ ਖੈਰ ਸਾਰੇ ਪੇ ਨਹੀਂ ਕਰਦੇ, ਪਰ ਸੇਲਸ ਟੈਕਸ ਅਸੀਂ ਸਾਰੇ ਪੇ ਕਰਦੇ ਹਾਂ। ਪਰ ਕਿੰਨਾ ਪੇ ਕੀਤਾ, ਇਸ ਗੱਲ ਦਾ ਕੋਈ ਵੀ ਇਸ ਗੱਲ ਦੇ ਨਾਲ ਮਤਲਬ ਨਹੀਂ ਹੁੰਦਾ ਕਿ ਸਾਨੂੰ ਉਹਦੇ ਬਦਲੇ ਜਿਹੜਾ ਬੈਨੀਫਿਟ ਆ ਉਹ ਕਿੰਨਾ ਮਿਲੇਗਾ ਜਾਂ ਮਿਲੇਗਾ। ਅਸੀਂ ਇਸ ਚੀਜ਼ ਨੂੰ ਲੈ ਕੇ ਕੁਐਸਚਨ ਨਹੀਂ ਕਰ ਸਕਦੇ ਹੁੰਦੇ। ਨੈਕਸਟ ਟੌਪਿਕ ਜਿਹੜਾ ਅਸੀਂ ਹੁਣ ਕਰਾਂਗੇ ਉਹ ਹੈਗਾ ਜੀ ਐਲੀਮੈਂਟਸ ਆਫ ਅ ਟੈਕਸ। ਟੈਕਸ ਦੇ ਤੱਤ, ਕਰ ਦੇ ਤੱਤ ਕੀ ਹੈ? ਇਹਨਾਂ ਨੂੰ ਅਸੀਂ ਕੈਰੈਕਟਰਿਸਟਿਕਸ ਆਫ ਟੈਕਸ ਵੀ ਕਹਿ ਸਕਦੇ ਹਾਂ, ਵਿਸ਼ੇਸ਼ਤਾਵਾਂ, ਫੀਚਰਸ ਆਫ ਟੈਕਸ ਵੀ ਕਹਿ ਸਕਦੇ ਹਾਂ। ਸਭ ਤੋਂ ਪਹਿਲਾ ਜਿਹੜਾ ਐਲੀਮੈਂਟ ਹੈ, ਸਭ ਤੋਂ ਪਹਿਲਾ ਜਿਹੜਾ ਫੀਚਰ ਹੈ ਉਹ ਹੈਗਾ ਜੀ ਕੰਪਲਸਰੀ ਕੰਟਰੀਬਿਊਸ਼ਨ। ਟੈਕਸ ਇੱਕ ਕੰਪਲਸਰੀ ਹੈ, ਸਰਕਾਰ ਦੀ ਆਮਦਨ ਦਾ ਮੁੱਖ ਸਾਧਨ ਆ, ਅਤੇ ਕਾਨੂੰਨ ਦੁਆਰਾ ਨਿਰਧਾਰਿਤ ਦਿਸ਼ਾਵਾਂ ਦੇ ਅਨੁਸਾਰ ਇਹ ਜਿਹੜਾ ਟੈਕਸ ਆ ਇਹ ਪੇ ਕਰਨਾ ਹੁੰਦਾ।
ਨੈਕਸਟ ਹੈਗਾ ਜੀ ਟੈਕਸਸ ਆਰ ਇੰਪੋਜ਼ਡ ਬਾਈ ਗੌਰਮੈਂਟ ਓਨਲੀ। ਟੈਕਸ ਆ ਜਿਹੜਾ ਟੈਕਸਸ ਦੇ ਸਪੈਲਿੰਗ TAXES। ਇਹ ਮੈਂ ਸਟੂਡੈਂਟਸ ਨੂੰ ਦੱਸ ਦੇਣਾ ਚਾਹੁੰਦੀ ਹਾਂ, ਇੱਥੇ ਈ ਦੀ ਜਗ੍ਹਾ 'ਤੇ ਏ ਪੜ੍ਹਿਆ ਜਾਵੇ ਔਰ ਇੱਥੇ ਈ ਪੜ੍ਹੀ ਜਾਵੇ, ਟੈਕਸਸ ਪੜ੍ਹਿਆ ਜਾਵੇ TAXES, ਟੈਕਸਸ ਪੜ੍ਹਿਆ ਜਾਵੇ ਇਸ ਨੂੰ। ਟੈਕਸਸ ਆਰ ਇੰਪੋਜ਼ਡ ਬਾਈ ਦੀ ਗੌਰਮੈਂਟ ਓਨਲੀ। ਸਿਰਫ ਅਤੇ ਸਿਰਫ ਸਰਕਾਰਾਂ ਹੀ ਟੈਕਸ ਲਗਾਉਂਦੀਆਂ, ਕੋਈ ਹੋਰ ਸੰਸਥਾ ਟੈਕਸ ਨਹੀਂ ਲਗਾ ਸਕਦੀ। ਇਨਵੋਲਵਮੈਂਟ ਆਫ ਸੈਕਰੀਫਾਈਸ, ਟੈਕਸ ਦੇ ਵਿੱਚ ਹਮੇਸ਼ਾ ਤਿਆਗ ਦੀ ਭਾਵਨਾ ਸ਼ਾਮਲ ਰਹਿੰਦੀ ਹੈ, ਕਿਉਂਕਿ ਕਰਦਾ ਤਾਂ ਸਮਾਜ ਦੇ ਸਧਾਰਨ ਹਿੱਤ ਲਈ ਹੀ ਅਦਾ ਕਰਦਾ। ਦੈਨ ਸੋਸ਼ਲ ਵੈਲਫੇਅਰ ਹੁੰਦਾ ਹੈ ਟੈਕਸ ਦੇ ਨਾਲ, ਕਿਉਂਕਿ ਟੈਕਸ ਸਰਕਾਰ ਦੀ ਆਮਦਨ ਦਾ ਸਾਧਨ ਆ, ਅਤੇ ਜਦੋਂ ਸਰਕਾਰਾਂ ਨੂੰ ਆਮਦਨ ਹੁੰਦੀ ਹੈ ਅਤੇ ਸਰਕਾਰਾਂ ਪਬਲਿਕ ਵੈਲਫੇਅਰ ਦੇ ਲਈ ਉਸ ਦਾ ਖਰਚ ਕਰਦੀਆਂ, ਸੋਸ਼ਲ ਵੈਲਫੇਅਰ ਲਈ ਉਸ ਦਾ ਖਰਚ ਕਰਦੀਆਂ। ਦੀ ਬੈਨੀਫਿਟ ਇਜ਼ ਨੋਟ ਦਾ ਕੰਡੀਸ਼ਨ ਫਾਰ ਦਾ ਪੇਮੈਂਟ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਆਪਾਂ ਟੈਕਸ ਪੇ ਕਰਦੇ ਹਾਂ ਤਾਂ ਆਪਾਂ ਇਸ ਚੀਜ਼ ਦਾ ਕੁਐਸਚਨ ਨਹੀਂ ਕਰ ਸਕਦੇ ਕਿ ਅਸੀਂ ਇੰਨਾ ਟੈਕਸ ਪੇ ਕੀਤਾ ਅਤੇ ਉਹਦੇ ਲਈ ਗੌਰਮੈਂਟ ਨੇ ਸਾਨੂੰ ਕਿੰਨਾ ਬੈਨੀਫਿਟ ਹੈ ਜਿਹੜਾ ਦਿੱਤਾ। ਇਹਦਾ ਸਾਨੂੰ ਮਿਲਣ ਵਾਲੇ ਬੈਨੀਫਿਟ ਦਾ ਅਤੇ ਪੇ ਕੀਤੇ ਗਏ ਟੈਕਸ ਦਾ ਡਾਇਰੈਕਟ ਕੋਈ ਵੀ ਰਿਲੇਸ਼ਨਸ਼ਿਪ ਨਹੀਂ ਹੁੰਦਾ। ਨੋ ਰਿਲੇਸ਼ਨ ਵਿਦ ਦੀ ਕਾਸਟ ਆਫ ਸਰਵਿਸਿਜ਼, ਸਰਕਾਰ ਦੁਆਰਾ ਜੋ ਵਿਅਕਤੀਆਂ ਨੂੰ ਲਾਭ ਪ੍ਰਦਾਨ ਕੀਤਾ ਜਾਂਦਾ, ਕਰ ਲਾਭ ਦੀ ਲਾਗਤ ਨੂੰ ਵਸੂਲ ਕਰਨ ਲਈ ਨਹੀਂ ਲਗਾਇਆ ਜਾਂਦਾ। ਸਰਕਾਰੀ ਸੇਵਾ ਦੁਆਰਾ ਵਿਅਕਤੀਆਂ ਨੂੰ ਜੋ ਲਾਭ ਪ੍ਰਦਾਨ ਕੀਤਾ ਜਾਂਦਾ, ਕਰ ਉਸ ਲਾਭ ਦੀ ਲਾਗਤ ਨੂੰ ਵਸੂਲ ਕਰਨ ਲਈ ਨਹੀਂ ਲਗਾਇਆ ਜਾਂਦਾ। ਸਰਕਾਰ ਸਾਡੇ ਬੈਨੀਫਿਟ ਲਈ ਬਹੁਤ ਕੁਝ ਕਰਦੀ ਹੈ, ਪਰ ਇਹ ਨਹੀਂ ਹੈ ਕਿ ਸਾਡੇ ਬੈਨੀਫਿਟ ਲਈ ਜਿੰਨਾ ਕੀਤਾ, ਜਿੰਨੀ ਉਹਦੀ ਕਾਸਟ ਆਈ, ਉਹ ਕਾਸਟ ਨੂੰ ਕਵਰ ਕਰਨ ਲਈ ਸਰਕਾਰ ਜਿਹੜਾ ਸਿੱਧਾ ਟੈਕਸ ਲਗਾ ਦੇਗੀ। ਇਸ ਤਰ੍ਹਾਂ ਨਹੀਂ ਹੁੰਦਾ, ਕਿਉਂਕਿ ਜਿਸ ਤਰ੍ਹਾਂ ਇੱਕ ਗਰੀਬ ਵਿਅਕਤੀ ਨੂੰ ਸਰਕਾਰੀ ਖਰਚ ਤੋਂ ਲਾਭ ਪ੍ਰਾਪਤ ਤਾਂ ਹੁੰਦਾ, ਪਰ ਜਿਹੜਾ ਉਹਦਾ ਕਰ ਦੇਣ ਦੀ ਜਿਹੜੀ ਮਾਤਰਾ ਹੈ, ਉਹਦੀ ਅਮਾਊਂਟ ਆ, ਉਹ ਬਹੁਤ ਘੱਟ ਹੁੰਦੀ ਹੈ। ਮੀਨਜ਼ ਲਾਭ ਉਹਨੂੰ ਜਦ ਪ੍ਰਾਪਤ ਹੋਣ ਡਿਆ, ਸਭ ਦੇ ਬਰਾਬਰ ਪ੍ਰਾਪਤ ਹੋਣ ਡਿਆ, ਪਰ ਉਹ ਟੈਕਸ ਘੱਟ ਪੇ ਕਰਦਾ ਹੁੰਦਾ। ਨੈਕਸਟ ਹੈਗਾ ਜੀ ਦਾ ਪੇਮੈਂਟ ਫਰੋਮ ਇਨਕਮ। ਕਰ ਆਮਦਨ 'ਤੇ ਵੀ ਲਗਾਏ ਜਾਂਦੇ ਆ ਅਤੇ ਪ੍ਰਾਪਰਟੀ 'ਤੇ ਵੀ, ਪੂੰਜੀ 'ਤੇ ਵੀ, ਪਰ ਇਸ ਦਾ ਭੁਗਤਾਨ ਆਮਦਨ ਵਿੱਚ ਹੀ ਕੀਤਾ ਜਾਂਦਾ। ਇਨਕਮ ਟੈਕਸ ਜਿਹੜਾ ਉਹੀ ਹੁੰਦਾ, ਪੂੰਜੀ ਦੇ ਵਿੱਚ ਉਸ ਦਾ ਪੇ ਕਰਦੇ ਹਾਂ। ਬੇਸ਼ੱਕ ਪ੍ਰਾਪਰਟੀ 'ਤੇ ਵੀ ਲੱਗਦਾ, ਪਰ ਪ੍ਰਾਪਰਟੀ ਥੋੜ੍ਹੇ ਨਾ ਪੇ ਕਰਦੇ ਆਪਾਂ, ਪੇ ਤਾਂ ਆਪਾਂ ਟੈਕਸ ਹੀ ਕਰਦੇ ਹਾਂ, ਔਰ ਪੇ ਤਾਂ ਆਪਾਂ ਪੈਸਾ ਹੀ ਕਰਦੇ ਹਾਂ, ਇਨਕਮ ਦੇ ਵਿੱਚੋਂ ਹੀ ਪੇ ਕਰਦੇ ਹਾਂ। ਨੈਕਸਟ ਹੈਗਾ ਜੀ ਇੰਡੀਵਿਜੂਅਲ ਟੈਕਸ ਪੇਮੈਂਟ। ਟੈਕਸ ਜਿਹੜੇ ਇੰਡੀਵਿਜੂਅਲ ਦੇ ਉੱਤੇ ਲਗਾਏ ਜਾਂਦੇ ਆ ਅਤੇ ਇਸ ਦੀ ਜਿਹੜੀ ਅਦਾਇਗੀ ਆ ਉਹ ਇੱਕ ਇੰਡੀਵਿਜੂਅਲ ਦੇ ਦੁਆਰਾ ਹੀ ਕੀਤੀ ਜਾਂਦੀ ਹੈ। ਨੈਕਸਟ ਲੀਗਲ ਕਲੈਕਸ਼ਨ ਹੈ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਗੌਰਮੈਂਟ ਦੁਆਰਾ ਲਗਾਏ ਜਾਂਦੇ ਆ ਔਰ ਪੂਰੀ ਤਰ੍ਹਾਂ ਲੀਗਲ ਜੋ ਸਿਸਟਮ ਆ ਉਹਨੂੰ ਫੋਲੋ ਕੀਤਾ ਜਾਂਦਾ, ਔਰ ਇਹ ਇੱਕ ਲੀਗਲ ਕਲੈਕਸ਼ਨ ਆ। ਐਵੇਂ ਕਿਸੇ ਡੋਨੇਸ਼ਨ ਲਈ ਕੀਤੀ ਗਈ ਕਲੈਕਸ਼ਨ ਇਹ ਨਹੀਂ ਹੁੰਦੀ। ਇਹ ਕਾਨੂੰਨੀ ਜੋ ਸੰਸਥਾਵਾਂ ਉਹਨਾਂ ਦੁਆਰਾ ਨਿਸ਼ਚਿਤ ਕਰਕੇ, ਉਹਨਾਂ ਦੇ ਕਾਨੂੰਨਾਂ ਦੁਆਰਾ ਨਿਰਧਾਰਿਤ ਸ਼ਰਤਾਂ ਦੇ ਅਨੁਸਾਰ ਜਿਹੜਾ ਟੈਕਸ ਆ ਉਹ ਕਲੈਕਟ ਕੀਤਾ ਜਾਂਦਾ। ਥੈਂਕ ਯੂ।